ਪੰਜਾਬ ਅਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਅੱਜ ਮੈਂ ਹੱਥ ਜੋੜ ਕੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ, ਤੁਸੀਂ ਕਮਾਲ ਹੀ ਕਰ ਦਿੱਤੀ ਹੈ। ਸੋਚਿਆ ਨਹੀਂ ਸੀਗਾ। ਮੈਂ ਜਦੋਂ 12 ਜਨਵਰੀ 2016 ਨੂੰ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਉਸ ਵੇਲੇ ਚੰਡੀਗੜ੍ਹ ਮੀਡੀਆ ਕਾਨਫਰੰਸ ਵਿੱਚ ਮੈਂ 20-25 ਮਿੰਟ ਬੋਲਿਆ ਸੀਗਾ। ਸ਼੍ਰੀ ਸੰਜੇ ਸਿੰਘ ਜੀ ਨੇ ਉਦੋਂ ਮੈਨੂੰ ਜੁਆਇਨ ਕਰਵਾਇਆ ਸੀਗਾ ਤੇ ਉਦੋਂ ਮੈਂ ਜ਼ਿਕਰ ਕੀਤਾ ਸੀਗਾ ਕਿ 1968 ਤੋਂ ਮੇਰੇ ਦਿਲ ਦੇ ਅੰਦਰ ਇਹ ਜਿਹੜਾ ਬਿਊਰੋਕ੍ਰੈਟਿਕ ਐਕਸਟੋਰਸ਼ਨ ਹੈ ਆਮ ਲੋਕਾਂ ਦੀ, ਇਹ ਜਿਹੜਾ ਰੂਲ ਆਫ ਲਾ ਨੂੰ ਮੰਨਣ ਵਾਲੇ ਅਫਸਰਾਂ ਨੂੰ ਲਾ ਆਫ ਰੂਲਰ ਮੰਨਣ ਦੇ ਮਗਰ ਲਾਇਆ ਹੋਇਆ ਹੈ। ਲੋਕਾਂ ਦਾ ਘਾਣ ਹੁੰਦੇ ਹੋਏ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਮੇਰਾ ਸਾਨੀਲਾਤ 2015 ਤੋਂ ਹੀ ਮੇਰੇ ਪਿੱਛੇ ਪਿਆ ਸੀਗਾ ਕਿ ਪਾਪਾ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਐਡਾ ਵੱਡਾ ਇਸ ਸਿਸਟਮ ਨੂੰ ਸੁਧਾਰਨ ਦਾ ਮਿਸ਼ਨ ਆਪਣੇ ਮੋਢੇ ਤੇ ਠਾਏ ਬੈਠੇ ਹਨ। ਹਰ ਪਾਸੇ ਉਹਨਾਂ ਨੂੰ ਹਰਡਲਸ ਹੈਗੀਆਂ, ਲੇਕਿਨ ਲੋਕਾਂ ਦਾ ਪਿਆਰ ਔਰ ਵਿਸ਼ਵਾਸ ਜਿਹੜਾ ਹੈ ਉਹ ਨਾਲ ਉਹਨਾਂ ਦੀ ਇੱਕ ਦਿਨ ਜ਼ਰੂਰ ਜਿੱਤ ਹੋਏਗੀ। ਸੋ ਆਸਟ੍ਰੇਲੀਆ ਤੋਂ ਮੇਰੀ ਕੋਈ ਬੇਟੀ ਹੈ, ਅਮਨਦੀਪ, ਦੀਪਾ ਕਹਿੰਦਾ ਮੈਂ ਉਹਨੂੰ, ਲੜਾਕੀ ਬਹੁਤ ਹੈ, ਤੇ ਔਰ ਮੇਰਾ ਸਨ ਇਨ ਲਾ ਕਹਿੰਦਾ ਸੀਗਾ ਕਿ ਤੁਸੀਂ ਪਾਪਾ ਹਰ ਹਾਲਤ ਵਿੱਚ ਜਿੰਨੀ ਜਲਦੀ ਹੋ ਸਕਦਾ ਜੁਆਇਨ ਕਰ ਲਓ। ਅਖੀਰ 'ਚ ਜਨਵਰੀ ਨੂੰ ਇੱਥੇ ਆ ਹੀ ਗਿਆ, ਜਨਵਰੀ ਦੇ ਪਹਿਲੇ ਹਫਤੇ, ਔਰ ਮੈਂ ਸ਼੍ਰੀ ਸੰਜੇ ਸਿੰਘ ਜੀ ਅਤੇ ਦੁਰਗੇਸ਼ ਪਾਠਕ ਜੀ ਪਹਿਲਾਂ ਹੀ ਮੇਰੇ ਸੰਪਰਕ ਸੀਗੇ ਤੇ ਅਸੀਂ ਫਿਰ ਤੁਸੀਂ ਮਾਘੀ ਮੇਲੇ ਤੇ ਉੱਥੇ ਆਉਣਾ ਸੀਗਾ ਇਕੱਠ ਆਪਣਾ, ਤੇ ਉਹ ਕਹਿੰਦੇ ਸੀ ਉਹ ਤੋਂ ਪਹਿਲਾਂ ਸੋਚਿਆ ਸੀ ਉੱਥੇ ਜੁਆਇਨ ਕਰਾਵਾਂਗੇ। ਖੈਰ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਬੁਲਾ ਕੇ ਮੈਂ ਜੁਆਇਨ ਕਰ ਲਈ ਸੀਗੀ ਤੇ ਤਕਰੀਬਨ 20-25 ਮਿੰਟ ਮੈਂ ਮੀਡੀਆ ਨੂੰ ਜੋ ਐਡਰੈਸ ਕੀਤਾ ਹੈਗਾ ਉਹ YouTube ਦੇ ਉੱਤੇ ਤੇ ਬਾਕੀ ਜਗ੍ਹਾ ਪਿਆ ਹੋਇਆ ਹੈਗਾ, ਉਹ ਕੋਈ ਰਿਪੀਟ ਕਰਨ ਦੀ ਲੋੜ ਨਹੀਂ, ਲੇਕਿਨ ਉਹਦੇ 'ਚ ਮੈਂ ਬਹੁਤ ਕੁਝ ਦੱਸਿਆ ਸੀਗਾ। ਸੋ ਮੈਂ ਅੱਜ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 54 ਸਾਲ ਬਾਅਦ ਚੈਨ ਦੀ ਨੀਂਦ ਨਾਲ ਸੋਣਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਜਿਹੜੇ ਵਸੇ ਹੋਏ ਪੰਜਾਬੀ ਹੈ, ਪੰਜਾਬ ਦੀ ਮਿੱਟੀ ਨੂੰ ਮੋਹ ਰੱਖਣ ਵਾਲੇ, ਪਿਆਰ ਕਰਨ ਵਾਲੇ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਖਾਸ ਕਰਕੇ ਕਲਪ ਰਹੇ ਪੰਜਾਬੀ ਹੈ, ਅੱਜ ਉਹਨਾਂ ਵਾਸਤੇ ਕੇਜਰੀਵਾਲ ਜੀ ਤੁਸੀਂ ਤੇ ਸ਼੍ਰੀ ਭਗਵੰਤ ਮਾਨ ਜੀ, ਤੁਹਾਡੀ ਜੋੜੀ ਜਿਹੜੀ ਹੈ ਅੱਜ ਉਹ ਦਿਨ ਲਿਆਈ ਹੈ, ਇਤਿਹਾਸਿਕ ਦਿਨ ਲਿਆਈ ਹੈ, ਪਿਆਰ ਭਰਿਆ ਦਿਨ ਲਿਆਈ ਹੈ, ਖੁਸ਼ੀਆਂ ਖੇੜਿਆਂ ਦਾ ਦਿਨ ਲਿਆਈ ਹੈ, ਆਸਾਂ ਉਮੀਦਾਂ ਦਾ ਦਿਨ ਲਿਆਈ ਹੈ, ਜਿਹਦੇ ਨੂੰ ਅਸੀਂ ਤੱਕਦੇ ਅਰਦਾਸਾਂ ਹੀ ਕਰਦੇ ਸੀਗੇ, ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਜਲਦੀ ਇਹ ਜਿਹੜੀ ਸਾਡੀ ਪੀੜਾ ਹੈਗੀ ਹੈ, ਇਹ ਜਿਹੜਾ ਪੰਜਾਬ ਨੂੰ ਪਹਿਲਾਂ 1947 'ਚ ਇਹ ਲੁੱਟਿਆ ਗਿਆ, ਪੰਜਾਬ ਦੇ ਲੋਕ ਲੁੱਟੇ ਖੁੱਟੇ ਗਏ, ਫਿਰ ਦੂਸਰਾ ਦੌਰ ਆਇਆ ਅੱਤਵਾਦ ਵਾਲਾ ਜਿਹੜਾ ਪੀਰੀਅਡ ਹੈ, ਭੁੱਲਣਾ ਚਾਹੁੰਦੇ ਹੈਗੇ ਆ, ਉਹਦੀ ਗੱਲ ਵੀ ਨਹੀਂ ਕਰਨੀ ਚਾਹੀਦੀ। ਫਿਰ ਉਹ ਅਸੀਂ ਦੇਖਿਆ
ਉਸ ਤੋਂ ਬਾਅਦ ਅਗਲਾ ਜਿਹੜਾ ਸਮਾਂ ਆਇਆ ਉਹ ਡਰੱਗਸ ਵਾਲਾ ਆ ਗਿਆ। ਇਹ ਇੱਕ ਆਪਣੀ ਟਾਈਪ ਦਾ ਐਕਸਟ੍ਰੀਮਿਜ਼ਮ ਸੀਗਾ। ਕਿੰਨੇ ਹੀ ਜਵਾਨ ਬੱਚੇ, ਬਜ਼ੁਰਗ, ਜਿਨ੍ਹਾਂ ਦੀ ਉਮਰ ਆਪਣੇ ਬੱਚਿਆਂ ਦੇ ਮੋਢੇ ਤੇ ਉਹਨਾਂ ਦੀ ਅਰਥੀ ਲਿਜਾਣ ਦੀ ਸੀਗੀ, ਉਹਨਾਂ ਨੂੰ ਇਹ ਡਰੱਗ ਦੇ ਤਸਕਰਾਂ ਨੇ, ਡਰੱਗ ਦੇ ਵਪਾਰੀਆਂ ਨੇ ਉਹਨਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਜਦੋਂ ਇੱਕ ਬਜ਼ੁਰਗ ਬਾਪ ਆਪਣੇ ਮੋਢੇ ਤੇ ਆਪਣੇ ਜਿਸ ਨੂੰ ਉਸਨੇ ਇਹ ਉਮੀਦ ਲਾਈ ਹੁੰਦੀ ਕਿ ਉਸਦੇ ਸਹਾਰਾ ਬਣੇਗਾ, ਔਰ ਉਹ ਨੂੰ ਅਰਥੀ ਦੇ ਕੇ, ਸਹਾਰਾ ਦੇ ਕੇ, ਆਪਣੇ ਕਮਜ਼ੋਰ ਮੋਢਿਆਂ ਤੇ ਕੰਬਦੀਆਂ ਲੱਤਾਂ ਦੇ ਨਾਲ ਸ਼ਮਸ਼ਾਨ ਘਾਟ ਲਿਜਾ ਕੇ ਉਸ ਨੂੰ ਉੱਥੇ ਅੱਗ ਦੇ ਹਵਾਲੇ ਕਰਦਾ ਹੈਗਾ। ਕੀ ਹਾਲ ਹੋਇਆ ਹੋਵੇਗਾ, ਕੀ ਬੀਤਦੀ ਹੋਏਗੀ ਉਹਦੇ ਮਨ ਦੇ ਉੱਤੇ, ਕੀ ਬੀਤਦੀ ਹੋਏਗੀ ਉਹਨਾਂ ਮਾਵਾਂ ਦੇ ਉੱਤੇ ਜਿਨ੍ਹਾਂ ਨੇ ਆਪਣੀਆਂ ਕੁੱਖਾਂ ਦੇ ਵਿੱਚ ਉਹਨਾਂ ਨੂੰ 9 ਮਹੀਨੇ ਰੱਖ ਕੇ ਪਾਲਿਆ, ਪਿਆਰ ਦਿੱਤਾ ਹੈ, ਮਮਤਾ ਦਿੱਤੀ ਹੈ, ਔਰ ਉਹ ਉਹਨਾਂ ਦੇ ਹੱਥਾਂ ਸਾਹਮਣੇ ਚਲੇ ਗਏ। ਉਹ ਭੈਣਾਂ ਜਿਨ੍ਹਾਂ ਦੇ ਕਈਆਂ ਦੇ ਇਕਲੌਤੇ ਵੀਰ ਸੀਗੇ, ਉਹ ਛੋਟੀ ਉਮਰੇ ਵਿਧਵਾਵਾਂ ਹੋਈਆਂ, ਨਿੱਕੇ ਨਿੱਕੇ ਆਪਣੇ ਮਾਸੂਮ ਬੱਚਿਆਂ ਦੇ ਨਾਲ ਮਜਬੂਰ ਆਪਣੀ ਜ਼ਿੰਦਗੀ ਬਿਤਾਉਣ ਵਾਲੀਆਂ ਉਹਨਾਂ ਛੋਟੀਆਂ ਛੋਟੀਆਂ ਜਿੰਦਾਂ ਨੂੰ ਕਿੰਨਾ ਕੁ ਦੁੱਖ, ਤਕਲੀਫ ਬਰਦਾਸ਼ਤ ਕਰਨੀ ਪਈ ਹੋਵੇਗੀ। ਜਦੋਂ ਸਤੰਬਰ ਦੇ ਵਿੱਚ ਸ਼੍ਰੀ ਸੰਜੇ ਸਿੰਘ ਜੀ ਮਿਲਣ ਆਏ ਸੀਗੇ ਤੇ ਉਹਨਾਂ ਦੇ ਨਾਲ ਗੜਸ਼ੰਕਰ ਤੋਂ, ਰੋਪੜ ਤੋਂ ਕੁਝ ਹੋਰ ਲੀਡਰ ਵੀ ਸੀਗੇ ਜਿਹੜੇ ਨਾਲ ਸੀਗੇ। ਮੈਂ ਉੱਥੇ ਉਹਨਾਂ ਨੂੰ ਬੜਾ ਸ਼ਿਕਾਇਤ ਕੀਤੀ ਕਿ ਦੇਖੋ, ਹੁਣ ਹੋਰ ਇੰਤਜ਼ਾਰ ਬਿਲਕੁਲ ਨਹੀਂ ਹੁੰਦਾ। ਹੁਣ ਤਾਂ ਸ਼੍ਰੀ ਕੇਜਰੀਵਾਲ ਜੀ ਔਰ ਆਪਣੀ ਪੰਜਾਬ ਦੀ ਜਿਹੜੀ ਆਪ ਲੀਡਰਸ਼ਿਪ ਹੈ, ਆਪ ਦਾ ਜਿਹੜਾ ਜਥੇਬੰਦਕ ਢਾਂਚਾ ਹੈਗਾ, ਸ਼੍ਰੀ ਅਰਵਿੰਦ ਕੇਜਰੀਵਾਲ ਸਭ ਕੁਝ ਕਾਰਨ ਦੇ ਸਮਰੱਥ ਹੈਗੇ, ਕਿਉਂਕਿ ਉਹਨਾਂ ਦੀ ਜਿਹੜੀ ਨੀਅਤ ਹੈਗੀ ਹੈ ਉਹਦੇ ਵਿੱਚ ਸ਼ੁੱਧਤਾ ਹੈਗੀ, ਪਿਓਰਿਟੀ ਹੈਗੀ ਹੈ, ਆਤਮਾ, ਪਿਓਰ ਸੋਲ ਹੈ ਉਹਨਾਂ ਦੀ। ਆਤਮਾਵਾਂ ਚੰਗੀਆਂ ਵੀ ਹੁੰਦੀਆਂ, ਮਾੜੀਆਂ ਵੀ ਹੁੰਦੀਆਂ ਹੈਗੀਆਂ, ਲੇਕਿਨ ਤਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ, ਮੈਂ ਅੱਜ ਐਪਰੀਸ਼ੀਏਟ ਕਰਦਾ ਹੈਗਾ। ਉਹ ਕਹਿੰਦੇ, ਵੀਰ एक बात तो मैं तेरे को ये बता दूं, सब उसको कहते गढ़शंकर वाले एमएलए को, एक बात बता दूं अपना रोड़ी जी, पंजाब में अगर मैंने कुछ मेरे को मिला है तो वीर जैसा भाई मिला है, एक बात। और दूसरा, इसकी बात का जवाब मैं आज देता हूं कि हमने केजरीवाल जी की अगुवाई के नीचे, उनकी लीडरशिप के नीचे, ये पंजाब की जो जरखेज ज़मीन है, पवित्र ज़मीन है, ये शहीदों की, ये सुरबीरों की शहादतों भरी ये ज़मीन है, ये पीरों पैगंबरों गुरुओं देवों की ये सजी हुई, संजाई हुई ये धरती है। इसमें हमने जहाँ जहाँ जो बीज बो दिया है, जैसे जैसे केजरीवाल जी ने गाइड किया है, जैसे जैसे उन्होंने हमें बताया है, हमने वो बीज दिया है। वीर तुम फिक्र मत करो, अपना ये सितंबर है, फरवरी में चुनाव हो जाने हैं, अगर हम सरकार ना बना पाए तो कह देना कि संजय भैया आप बिल्कुल गलत हो। तो आज
जब आपकी ये ऐतिहासिक जीत हुई है तो मैं उनको भी मुबारकबाद देता हूँ। और जनवरी में ही हम बैठे थे, साहब जरनैल सिंह जी जो इंचार्ज है यहाँ के चंडीगढ़ के, जो म्यूनसिपल कॉरपोरेशन की इलेक्शन थी उसके मैनिफेस्टो के बारे में खैर बात कर रहे थे, तो वो भी इतने कॉन्फिडेंट थे। मैंने कहा हमसे पीछे पता नहीं क्या गलती होगी कि हम ऐसे पीछे कैसे रह गए। कहते हम नई पार्टी है, नया तजर्बा है, जो कमियां रही थी वो सब हमने केजरीवाल जी ने उनको सब इतने वो अब इतने इनएक्सपीरियंस नहीं है, उनको इतना नॉलेज और है कि अब आप देखना पंजाब में हनेरी आएगी। बीर साहब आप निश्चिंत होके सो जाओ। सो जनाब केजरीवाल साहब, सो मैं जो कह रहा हूँ 54 ईयर के बाद आज बड़े मज़े की नींद आएगी। नींद की गोली नहीं मेरे को लेनी पड़ेगी, क्योंकि बादलों की कृपा से जितना उन्होंने मेरे को मेंटल स्ट्रेस दिया, आपको तो पता ही है, जो कि मैंने जब ज्वाइन किया था बताया था कि मेरे को तो IAS से रिज़ाइन करना पड़ा। मेरे बैंक खाते, मेरी प्रॉपर्टीज़, मेरा क्या है क्या नहीं है, जो 2-2.5 महीने उन्होंने नहीं किया। और आखिर में 2.5 महीने के बाद SC अग्रवाल थे हमारे चीफ सेक्रेटरी, दफ्तर में बुलाया, मिठाई विठाई रखी और सडनली ये ऐसे हाथ जोड़ के खड़े हो गए कि मैं सरकार की तरफ से माफ़ी मांगता हूँ। मैंने कहा आपने क्या किया है? जिसने किया उसको तो कुछ है ही नहीं, उसको तो थोड़ी बहुत ही कुछ नहीं कहना चाहिए। मेरी बेटी ने रोका हुआ है कि आप पापा क्यों बार बार इतने साल हो गए। लेकिन मैंने कहा बेटे 2010 जुलाई 2010 से आई एम पेशेंट ऑफ बाइपोलर डिसऑर्डर। 2010 12 साल हो गए हैं। और जब पीछे से मैं प्रभ आसरा से एसोसिएटेड हूँ, जहाँ की जो एडमिनिस्ट्रेशन की, आज भगवंत मान जी ने कहा कि ये इनको मैं ये जो लोग हैं जिन आपको धक्के खाने पड़ते दफ्तरों में, और मैं अब ये जो केजरीवाल साहब करते हैं और जैसे उन्होंने मेरे को गाइड किया है, पंजाब में भी अफसरों के मगर आपको घूमना नहीं पड़ेगा, ये अफसर आपके पास आएंगे। बिल था हमारा, मैं बता रहा था कि प्रभ आसरा जो है, पिछले जो ऑडिटेड हमारे इनकम टैक्स के थे 6.6 करोड़ रुपए का खर्चा है। 50 to 55 लाख हम रोज हर मंथ खर्चा करते हैं। उन 450 के करीब हैं जो मेंटली सिक हैं, अपाहज हैं, लावारिस हैं, जिनको सड़कों पे गलियों पे उठा के लाए हैं, तो उनके ऊपर तो बिकॉज ऑफ कोरोना डोनेशंस आई नहीं, तो बिल हो गया 16 लाख का। तो हमने सरकार को, चन्नी साहब के दफ्तर में मैंने कितने में जो वीडियो जो मेरी व्हाट्सएप चैट्स हैं, कितनी बार लिखा, कितनी बार कहा, ये चन्नी साहब रोज मसले हल करने वाला। इन्होंने हल तो क्या करना, DC से टाइम मांगा, 4 बार टाइम मांगा, वो अब देती हूँ, कल देती हूँ, परसों देती हूँ। उनके अभी मेरे को कल का ही मेरे को तजर्बा है कि मैं गमाडा का एक इशू था, उनको सीवरेज कनेक्शन देना 50 मीटर है। प्रकाश सिंह बादल 2014 से हम ट्राई कर रहे हैं, 2014 से ये 2022 है, कैप्टन अमरिंदर सिंह, और उसके बाद जो उनके प्रिंसिपल सेक्रेटरी थे और जो प्रिंसिपल सेक्रेटरी लोकल गवर्नमेंट थे, 50 मीटर का सीवरेज का कनेक्शन नहीं दे रहे। वो 450 लोग जो वहाँ पे रह रहे हैं, उनको कहाँ से उनका जो जहाँ से सीवरेज डिस्चार्ज हो रहा है, वो उनके लिए वातावरण में क्या हालत है। खैर वो बात नहीं। मैं डिस्टर्ब ये हुआ कि उन्होंने बिजली का कनेक्शन काट दिया बिजली बोर्ड ने। हमने कहा था कि हम दे देंगे, किस्तों में दे देंगे, 16 लाख हमने 1 करोड़ का लोन लिया जब अपना पुराना टाइम था। मैं सिर्फ आपसे ये बातें बता रहा हूं सबको कि ये जो सिस्टम है, ये इतना बुरा जो हालत है, वो क्या कोई उसको आप जैसा ही इनकलाबी जो है, जिसको कोई लालच नहीं है, किसी को कुछ लेना देना नहीं है, सिर्फ सेवा सेवा सेवा, केयर ऑफ ह्यूमैनिटी,
पैशन फॉर जो लोग हैं अपनी तकलीफ़ों वाले, और जो स्वच्छ और क्लीन एडमिनिस्ट्रेशन वाले, आप जैसे डिटर्मेंट जो लोग हैं, तो वो इस सिस्टम को संभालेंगे। देखिए हमारे तो पंजाब का, देखो हमारे गुरु साहबान क्या करते रहे। आप जब अपना गुरु नानक देव जी से मैं बात कर रहा हूँ, तो जब वो उसने बाबर ने तशद्दुद किया, जुल्म किया, लोगों की लाशें बिछा दी, तो हमारे गुरु नानक देव जी ने परमात्मा से भी बगावत कर दी। खुरासान खिसमाना किया, हिंदुस्तान डराया, आपे दोष न दे करता, जमकर मुगल चढ़ाया, ओ एती मार पई कर लाने तय की दर्द ना आया। ये गुरु नानक देव जी ने कहा था। और हमारे गुरु गोबिंद सिंह, जहाँ की मेरा जन्म स्थान है वो वहाँ का, आपको पता ही है। तो उन्होंने हमारे अंदर वो जज्बा भरा हुआ है। औरंगजेब, उस जालिम औरंगजेब को गुरु गोबिंद सिंह जी ने जीत की चिट्ठी लिखी, जफरनामा। ओ औरंगजेब की होया जो मेरे 4 बच्चे मारे गए, अजे तां कुंडलीदार पचंगी खालसा बाकी है। ओए चंगाड़ियां नूं बजाण विच तेरी की बहादरी है, जद तू एक ज्वाला नूं जन्म दे दिता है, भड़का दिता है। जे तू तकड़ा जाबर भी है ते गरीबां नाल उन्हां नूं ऐना नासता। सो असी तुहाडे तो बहुत आसां और उम्मीदां नाल अज साडे लई खुशियां भरा दिन है, आनंद ही नींद आएगी। ਜਦੋਂ ਮੈਂ ਅਨੰਦਪੁਰ ਸਾਹਿਬ ਦਾ ਮੈਂ ਉਦੋਂ ਵੀ ਦੱਸਿਆ ਸੀਗਾ ਜਿਸ ਦਿਨ ਜੁਆਇਨ ਕੀਤੀ ਸੀ ਪਾਰਟੀ, ਕਿ ਮੈਂ 6 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਕਿ ਲਲਾਰੀਆਂ ਦੇ ਹੁੰਦੇ ਡਾਈ ਕਰਨ ਵਾਲੇ, ਉਹਨਾਂ ਦੀ ਪਗੜੀ ਸਿਖਾਉਂਦਾ ਹੁੰਦਾ ਸੀਗਾ। 16 ਪਗੜੀਆਂ ਸਿਖਾਉਣ ਤੋਂ ਬਾਅਦ ਇੱਕ ਕਾਨਾ ਮਿਲਦਾ ਹੁੰਦਾ ਸੀਗਾ, ਸਾਈਕਲ ਸਾਫ਼ ਕਰਦਾ ਹੁੰਦਾ ਸੀਗਾ। ਤੇ ਇੱਕ ਕਮਰੇ ਵਿੱਚ ਅਸੀਂ 3 ਭਰਾ 2 ਭੈਣਾਂ ਤੇ ਮਾਂ ਇੱਕ ਕਮਰੇ 'ਚ ਸੌਂਦੇ ਹੁੰਦੇ ਸੀਗੇ ਅਨੰਦਪੁਰ ਸਾਹਿਬ ਦੇ ਉਹਦੇ ਵਿੱਚ ਜ਼ਮੀਨ ਦੇ ਉੱਤੇ। ਲੇਕਿਨ ਮੈਨੂੰ ਬੜੀ ਆਨੰਦ ਦੀ ਨੀਂਦ ਆਉਂਦੀ ਸੀ, ਮੈਂ ਬੜਾ ਖੁਸ਼ ਸੀਗਾ। ਮੈਂ 1968 ਦੇ ਵਿੱਚ 60 ਰੁਪਏ ਵਾਲੀ ਨੌਕਰੀ ਕੀਤੀ, ਸੈਕਟਰੀਏਟ ਸ਼ੁਰੂ ਕੀਤੀ। 11 ਸੈਕਟਰ 'ਚ ਹੈ, 664 ਨੰਬਰ ਕੋਠੀ ਮੈਂ ਦੇਖਣ ਗਿਆ ਸੀਗਾ। ਉੱਥੇ ਇੱਕ ਮਿਆਣੀ ਹੁੰਦੀ ਹੈ ਜਿਹਦੇ 'ਚ ਟਰੰਕ ਔਰ ਆਪਾਂ ਸਮਾਨ ਰੱਖਦੇ ਹਾਂ, ਛੋਟੀ 6 ਫੀਟ ਬਾਈ 3.5 ਐਂਡ 4 ਫੀਟ। ਉਹੀ ਮੇਰਾ ਰਸੋਈ ਸੀ, ਉਹੀ ਮੇਰਾ ਪੜ੍ਹਾਈ ਦਾ ਕਮਰਾ ਸੀਗਾ। ਉੱਥੇ ਵੀ ਮੈਨੂੰ ਬੜੀ ਅੱਛੀ ਨੀਂਦ ਆਉਂਦੀ ਸੀ। ਲੇਕਿਨ 1968 ਤੋਂ ਮੇਰੀ ਇਹ ਜੋ ਮੈਂ ਉਦੋਂ ਆਪਣੀ ਆਮ ਆਦਮੀ ਪਾਰਟੀ ਜੁਆਇਨ ਕਰਨ ਵੇਲੇ ਕਿਹਾ ਸੀਗਾ ਆਪਣੇ ਸੰਜੇ ਸਿੰਘ ਜੀ ਨੂੰ, ਛੋਟੇਪੁਰ ਸੀਗੇ ਨਾਲ ਬੈਠੇ ਹੋਏ, ਕਿ ਮੇਰੇ ਅੰਦਰ 1968 ਵਿੱਚ ਇਸ ਸਿਸਟਮ ਦੇ ਖਿਲਾਫ ਇੱਕ ਚੰਗਿਆੜੀ ਬਲੀ ਸੀਗੀ, ਔਰ ਉਹਦਾ ਸੰਤਾਪ ਮੈਂ ਇੰਨੇ ਸਾਲਾਂ ਤੋਂ ਭੋਗ ਰਿਹਾ। 1968 ਆ 2022 ਹੈ, ਲੇਕਿਨ ਮੈਨੂੰ ਉਸ ਜਿਹੜੀ ਉਹ ਮਿਆਣੀ ਕਹਿੰਦੇ ਹੈਗੇ ਉਸ ਨੂੰ, ਜੇ ਸਮਾਨ ਰੱਖਣ ਵਾਲੀ ਹੁੰਦੀ ਹੈ, ਉੱਪਰ ਟੌਪ ਫਲੋਰ ਦੇ ਉੱਤੇ ਸੀਗੇ, ਔਰ ਬਾਥਰੂਮ ਥੋੜੇ ਸੀ ਉੱਥੇ। ਔਰ ਜਿੱਥੇ 11 ਸੈਕਟਰ ਦੀ ਮਾਰਕੀਟ ਵਿੱਚ ਜਿੱਥੇ ਰਿਕਸ਼ਾ ਵਾਲੇ ਔਰ ਦੂਸਰੇ ਲੋਕ ਜਾਂਦੇ ਸੀਗੇ ਨਹਾਉਣ ਵਾਸਤੇ, ਟਾਇਲਟ ਵਗੈਰਾ, ਉੱਥੇ ਜਾਂਦਾ ਹੁੰਦਾ ਸੀਗਾ। ਲੇਕਿਨ ਮੈਂ ਖੁਸ਼ ਸੀਗਾ। ਲੇਕਿਨ ਹੁਣ ਸਾਰਾ ਕੁਝ ਉਸ 60 ਰੁਪਏ ਵਾਲੀ ਨੌਕਰੀ, ਇੱਕ ਡੇਲੀ ਵੇਜ ਕਲਰਕ ਤੋਂ ਲੈ ਕੇ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ, ਫਿਰੋਜ਼ਪੁਰ, ਪਟਿਆਲਾ, 14 ਡਿਪਟੀ ਕਮਿਸ਼ਨਰ, 2/3 ਪੰਜਾਬ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਭਾਲੀ। ਲੇਕਿਨ ਮੈਨੂੰ ਉਹ ਖੁਸ਼ੀ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਸਿਸਟਮ 'ਚ ਕਰਪਸ਼ਨ ਹੈ, ਬਿਊਰੋਕ੍ਰੈਟਿਕ ਐਕਸਟੋਰਸ਼ਨ ਹੈ। ਮੈਂ ਤਰਸਦੇ ਦੇਖਿਆ ਲੋਕਾਂ ਨੂੰ। ਡਿਪਟੀ ਕਮਿਸ਼ਨਰ ਨੇ ਮੋਹਾਲੀ ਦੀ ਹੈ, ਈਸ਼ਾ। ਮੈਂ ਟਾਈਮ ਲਿਆ ਕਿ ਸਾਨੂੰ ਐਮਰਜੈਂਸੀ ਹੈ, ਕਿ ਸਾਨੂੰ ਸਾਡਾ ਕਨੈਕਸ਼ਨ ਨਾ ਕੋਈ ਕੱਟ ਦੇਵੇ, ਉਹਨਾਂ ਨੂੰ ਕਹਿ ਦਿਓ। ਮੈਂ ਚੱਕਰ ਲਗਾਉਂਦਾ ਰਿਹਾ। ਇੱਕ IAS ਅਫੀਸਰ, ਰਿਟਾਇਰਡ IAS ਅਫੀਸਰ, ਔਰ ਬੜੀ ਸੀਨੀਅਰ ਪੋਜੀਸ਼ਨ ਤੋਂ ਮੈਂ ਰਿਹਾ ਹੋਇਆ,
ਉਹਨੇ ਟਾਈਮ ਨਹੀਂ ਦਿੱਤਾ। ਅੱਜ ਭਗਵੰਤ ਮਾਨ ਜੀ ਨੇ ਕਿਹਾ ਹੈਗਾ ਕਿ ਹੁਣ ਕੋਈ ਤੁਸੀਂ ਲੋਕਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ ਦਫ਼ਤਰਾਂ 'ਚ, ਅਫਸਰ ਤੁਹਾਡੇ ਕੋਲ ਜਾਣਗੇ। ਮਸਲੇ ਤਾਂ ਹੁੰਦੇ ਹੀ ਹੈ ਸਾਰਿਆਂ ਦੇ। ਸੋ ਅੱਗੇ ਕੀ ਹੁੰਦਾ, ਜਦੋਂ ਮੈਂ ਇਹਨਾਂ ਨੂੰ ਬਾਦਲ ਹੋਰਾਂ ਨੂੰ ਜਦ ਮੈਂ ਰਿਜ਼ਾਈਨ ਕੀਤਾ ਸੀਗਾ, ਮੈਂ ਆਪਣੇ ਰਿਜ਼ਾਈਨ 'ਚ ਪਤਾ ਲਿਖਿਆ ਸੀਗਾ, ਮੈਂ ਇਹਨਾਂ ਨੂੰ ਪ੍ਰਸਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਹਾ ਸੀਗਾ ਕਿ ਮੈਂ ਰਿਜ਼ਾਈਨ ਕਰਨ ਲਈ ਉਹ ਦਿਨ ਚੁਣਿਆ ਹੈ ਜਿਸ ਦਿਨ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕਰਦੇ ਹੋਏ ਸਮੁੱਚੀ ਮਨੁੱਖ ਜਾਤੀ ਨੂੰ ਵਿਆਪਕ ਭਲੇ ਯੂਨੀਵਰਸਲ ਵੈਲਫੇਅਰ ਦਾ ਸੰਦੇਸ਼ ਦਿੰਦੇ ਹੋਏ ਆਚਰਣ, ਵਿਚਾਰ ਤੇ ਕਰਮਾਂ ਦੀ ਸ਼ੁੱਧਤਾ, ਪਿਓਰਿਟੀ ਆਫ ਕਰੈਕਟਰ, ਸਪੀਚ ਐਂਡ ਡੀਡਸ ਦਾ ਹੁਕਮਨਾਮਾ ਦਿੱਤਾ ਸੀਗਾ। ਬਾਦਲ ਸਾਹਿਬ, ਮੈਨੂੰ ਬੇਹੱਦ ਅਫਸੋਸ ਹੈ ਕਿ ਤੁਸੀਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਿਲਾਉਣ ਵਾਲੇ, ਤੁਹਾਡੀ ਕਹਿਣੀ, ਕਰਨੀ ਔਰ ਕਥਨੀ 'ਚ ਬੜਾ ਫਰਕ ਹੈ। ਔਰ ਇਹ ਬਿਊਰੋਕ੍ਰੇਸੀ ਬਾਰੇ ਹੈਗਾ ਜਿਹਨੂੰ ਨੱਥ ਪਾਉਣ ਦੀ ਲੋੜ ਹੈ। ਅੱਜ ਭਗਵੰਤ ਮਾਨ ਜੀ ਨੇ ਕਿਹਾ ਹੈਗਾ, ਇਹ ਕਦੀ ਦੇਸ਼ ਦੇ ਇਤਿਹਾਸ 'ਚ ਕਦੀ ਹੋਇਆ ਹੋਵੇ ਕਿ ਚੀਫ ਮਿਨਿਸਟਰ ਦੇ ਮੁੰਡੇ ਨੇ ਮੀਟਿੰਗ ਬੁਲਾਈ ਹੋਵੇ ਡੀਸੀ ਦੀ ਔਰ ਐਸਐਸਪੀ ਦੀ, ਔਰ ਚੀਫ ਸੈਕਟਰੀ ਨੇ ਮੀਟਿੰਗ ਕਨਵੀਨ ਕੀਤੀ ਹੈ, ਉਹਦੇ ਵਿੱਚ ਜਿਹੜੇ ਸਰਕਲ ਜਥੇਦਾਰ ਸੀਗੇ, ਸਰਕਲ ਇੰਚਾਰਜ ਬਣਾਏ ਸੀਗੇ, ਸੁਖਬੀਰ ਬਾਦਲ ਨੇ ਉੱਥੇ ਕਿਹਾ ਕਿ ਚਾਹੇ ਉਹ ਜਿੱਤੇ ਹੋਏ ਹੈ ਚਾਹੇ ਹਾਰੇ ਹੋਏ ਹੈ, ਸਾਰੇ ਡੀਸੀ ਔਰ ਐਸਐਸਪੀ, ਇਹ ਮੇਰਾ ਆਰਡਰ ਹੈ ਕਿ ਹਰ ਫੈਸਲੇ ਵਿੱਚ, ਹਰ ਕੰਮ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਸੁਣਵਾਈ ਕੀਤੀ ਜਾਵੇ। ਜਿਹੜਾ ਡੀਸੀ ਔਰ ਐਸਐਸਪੀ ਉਹਨਾਂ ਦੀ ਗੱਲ ਨਹੀਂ ਸੁਣੇਗਾ, ਚਾਹੇ ਉਹ ਜਿੱਤਿਆ ਜਥੇਦਾਰ ਹੈ ਚਾਹੇ ਹਾਰਿਆ ਹੋਇਆ ਸਰਕਲ ਇੰਚਾਰਜ ਹੈਗਾ, ਤੇ ਉਹ ਆਪਣਾ ਵਿਚਾਰ ਲਵੇ। ਸਰਦਾਰ ਅੰਜਮ ਦੀ ਅੱਜ ਆਤਮਾ ਬੜੀ ਖੁਸ਼ ਹੋਏਗੀ। ਮੇਰੇ ਪ੍ਰੋਫੈਸਰ ਰਹੇ ਆ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਇਵਨਿੰਗ ਕਾਲਜ ਪੜ੍ਹਦਾ ਸੀ, ਮੇਰੀ ਵਾਈਫ ਵੀ ਉਹਨਾਂ ਕੋਲ ਹੀ ਪੜ੍ਹੀ ਹੈਗੀ, ਮੈਂ ਇਵਨਿੰਗ ਕਾਲਜ ਪੜ੍ਹਿਆ ਸੀਗਾ। ਤੇ ਉਹਨਾਂ ਨੇ ਉਸ ਵੇਲੇ ਜਿਸ ਵੇਲੇ ਇਹ ਮੀਟਿੰਗ ਬੁਲਾਈ, ਉਹਨਾਂ ਨੇ ਸਾਰੇ ਡੀਸੀ ਔਰ ਐਸਐਸਪੀਜ਼ ਬੈਠੇ ਸੀਗੇ ਤੇ ਆਪਣਾ ਚੀਫ ਸੈਕਟਰੀ ਔਰ ਇਹ ਬਾਦਲ ਸਾਹਿਬ ਇਹ ਬੈਠੇ ਹੋਏ ਸੀਗੇ। ਉਸ ਵੇਲੇ ਜਦੋਂ ਹਦਾਇਤ ਕੀਤੀ ਹੈਗੀ ਹੈ, ਉਹ ਅਖਬਾਰਾਂ 'ਚ ਮੀਡੀਆ 'ਚ ਬੜਾ ਕ੍ਰਿਟਿਸਿਜ਼ਮ ਹੋਇਆ, ਤੇ ਉਦੋਂ ਸਰਦਾਰ ਅੰਜਮ ਨੇ ਇਹ ਲਿਖਿਆ ਸੀਗਾ ਕਿ ਕੁਰਸੀ का ये नशा कारोबारी है। सुखबीर सिंह बादल बारे लिखा सीगा, कुर्सी का ये नशा कारोबारी है, इसके पीछे छुपा हुआ व्यापारी है। बड़े मेज ने, बड़ा मेज हो गया चीफ सेक्रेटरी हो गया, और छोटा मेज हो गया डिप्टी कमिश्नर और एसएसपी। बड़े मेज ने छोटे मेज को समझाया, सुनना उसकी बात, जो अपना दरबारी है दौलत के अंबार लगाकर भूल गया। सुखबीर ने उन्होंने एड्रेस करते हुए गल कही सी, और दौलत के अंबार लगाकर भूल गया, मुफलिस गरीब की कर गरीबी लाचारी है, सर से उतर गया जिस दिन हम पूछेंगे दफ्तर का ये ताज अभी सरकारी है। सो केजरीवाल जी, तुसी अज डॉक्टर सरदार अंजम की आत्मा नूं बड़ी शांति मिलेगी, उन्होंने रूह नूं बड़ा सुकून मिलेगा कि अज तुसी, वो चाहे कांग्रेस वाले सीगे, रल मिल के खेड खेलते सीगे, हुण तू लुट लै फिर मैं लुट लूँगा, इस तरह बारो सारी चलता सीगा सिलसिला। वो तुसी केजरीवाल साहब, श्री भगवंत मान जी, तुसी अज खत्म कर दिता हैगा। मैं अपने तह दिलों तुहानूं बहुत बहुत धन्नवाद करदा हां। बधाई जिहड़ी हैगी मैं उन्हां ਜ਼ਖਮੀ ਹੋਈਆਂ ਸੋਚ ਨੂੰ, ਆਤਮਾਵਾਂ ਨੂੰ, ਚਾਹੇ ਉਹ ਇਸ ਦੇਸ਼ ਵਿੱਚ ਹਨ ਤੇ ਚਾਹੇ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੇ ਬਹੁਤ ਤੜਪਣ ਸਹੀ ਹੈਗੀ ਹੈ, ਬਹੁਤ ਤੜਪਣ ਸਹੀ ਹੈ, ਆਪਣੇ ਲਈ ਨਹੀਂ,
ਬਲਕਿ ਇੱਥੋਂ ਦਾ ਜੋ ਟੌਰਚਰ ਹੋਈਆਂ ਫੈਮਲੀਜ਼ ਵਗੈਰਾ ਜੋ ਉਹਨਾਂ ਨੇ ਦੇਖਿਆ ਹੈਗਾ। ਸੋ ਵਧਾਈ ਮੈਂ ਉਹਨਾਂ ਨੂੰ ਦਿੰਦਾ, ਤੁਹਾਡਾ ਤੇ ਧੰਨਵਾਦ ਕਰਦਾ ਹੈਗਾ, ਕੋਟ ਐਂਡ ਕੋਟ ਧੰਨਵਾਦ ਕੇਜਰੀਵਾਲ ਜੀ, ਭਗਵੰਤ ਮਾਨ ਜੀ। ਤੇ ਇਸ ਵੇਲੇ ਮੈਂ ਸ਼੍ਰੀ ਸੰਜੇ ਸਿੰਘ ਜੀ ਨੂੰ ਵੀ ਨਹੀਂ ਭੁੱਲਣਾ ਚਾਹੁੰਦਾ, ਕਿਉਂਕਿ ਜਦੋਂ ਮੈਂ ਪਿਛਲੀ ਸੀਗੀ ਤੇ ਉਹਦੇ 'ਚ ਕੋਰ ਕਮੇਟੀ ਦਾ ਸੀਗਾ ਹੈ ਔਰ ਡਿਸਪਲਿਨਰੀ ਕਮੇਟੀ ਦਾ ਵੀ ਹੈਡ ਸੀਗਾ, ਔਰ ਅੱਛਾ ਤੁਸੀਂ ਮੇਰੇ ਤੋਂ ਉਸ ਵੇਲੇ ਸੇਵਾ ਲਈ ਹੈਗੀ ਹੈ। ਤੇ ਉਹ ਜੋ ਬੀਜ ਉਹ ਕਹਿੰਦੇ ਸੀਗੇ ਪੰਜਾਬ ਦੀ ਇਹ ਫਰਟਾਈਲ ਹੈਗੀ ਹੈ, ਵੀਰ ਚਿੰਤਾ ਨਾ ਕਰੋ, ਕੇਜਰੀਵਾਲ ਸਾਹਿਬ ਨੇ ਸਾਨੂੰ ਇਹੋ ਜਿਹਾ ਬੀਜ ਦੇ ਦਿੱਤਾ ਹੈਗਾ। ਇਹ ਜ਼ਮੀਨ ਜਿਹੜੀ ਹੈਗੀ ਪੰਜਾਬ ਦੀ ਜ਼ਰਖੇਜ਼ ਜ਼ਮੀਨ ਹੈ, ਇਹ ਜਿਹੜੀ ਫਸਲ ਫਰਵਰੀ ਦੇ ਵਿੱਚ ਪੈਦਾ ਹੋਏਗੀ ਉਹ ਇਤਨੀ ਵੱਡੀ ਬੰਪਰ ਕ੍ਰੌਪ ਹੋਏਗੀ। ਸੋ ਕੇਜਰੀਵਾਲ ਸਾਹਿਬ ਇਹ ਸੱਚ ਹੋ ਗਿਆ ਹੈਗਾ। ਸੋ ਤੁਹਾਡਾ ਵੀ, ਭਗਵੰਤ ਮਾਨ ਜੀ ਦਾ ਵੀ, ਤੇ ਇਹਦੇ ਨਾਲ ਕੇਜਰੀਵਾਲ ਜੀ ਦਾ ਵੀ, ਤੇ ਬਹੁਤ ਮਿਹਨਤ ਕੀਤੀ ਹੈਗੀ ਹੈ ਸਰਦਾਰ ਜਰਨੈਲ ਸਿੰਘ ਨੇ ਔਰ ਰਾਘਵ ਚੱਡਾ ਜੀ ਨੇ ਤੁਹਾਡੀ ਅਗਵਾਈ ਥੱਲੇ, ਉਹਨਾਂ ਦਾ ਵੀ, ਸਾਰਿਆਂ ਦਾ। ਔਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਹੈਗੇ, ਡੈਡੀਕੇਟਡ ਵਰਕਰ ਹੈਗੇ ਆ, ਅੱਜ ਉਹ ਨੱਚ ਕੇ ਡੀਜੇ ਲਾ ਕੇ ਪਾਗਲ ਹੋਏ ਫਿਰਦੇ ਹੈਗੇ ਆ, ਖੁਸ਼ੀਆਂ ਮਨਾਉਂਦੇ ਫਿਰਦੇ ਹੈਗੇ ਆ। ਅੱਜ ਪੰਜਾਬ ਵਿੱਚ ਬਹੁਤ ਬੜਾ ਦਿਨ ਹੈਗਾ, ਉਹਦੇ ਲਈ ਤੁਹਾਨੂੰ ਮੈਂ ਬਹੁਤ 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 ਇੱਕ ਵਾਰ ਫੇਰ ਬਹੁਤ ਵਧਾਈ ਦਿੰਦਾ ਹਾਂ। ਅਗਲਾ ਜੋ ਪੈੜਾ ਹੈ, ਅਗਲੀ ਜੋ ਟੈਰਨ ਹੈ, ਅਗਲਾ ਜਿਹੜਾ ਪਾਥ ਹੈਗਾ, ਅੱਜ ਦਾ ਭਗਵੰਤ ਮਾਨ ਜੀ ਨੇ ਕਿਹਾ ਸਾਡੀ ਜਵਾਨੀ ਜਿਹੜੀ ਹੈਗੀ ਆ ਉਹਨੂੰ ਸੰਭਾਲਣਾ ਹੈਗਾ, ਨੌਕਰੀਆਂ ਦੇਣੀਆਂ ਹੈਗੀਆਂ। ਜੋ ਇਕਨੋਮੀ ਜਿਹੜੀ ਇਹ ਡੀਰੇਲ ਕਰਕੇ ਗਏ ਆਪਣੇ ਵੱਲੋਂ, ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਪਤਾ ਸੀ ਅਸੀਂ ਆਉਣਾ ਨਹੀਂ ਹੈਗਾ। ਸੋ ਇਹਨਾਂ ਨੇ ਆਪਣਾ ਉਹ ਜਿਹੜੀ ਕਦੀ ਇਹਨਾਂ ਨੂੰ ਉਮੀਦ ਨਹੀਂ ਕਿ ਕੇਜਰੀਵਾਲ ਦੇ ਜੋ ਕੋਈ ਮੈਜਿਕ ਹੈ, ਮੈਜਿਕ ਉਹਨਾਂ ਦੇ ਹੱਥ ਵਿੱਚ ਮੈਜਿਕ ਹੈ, ਇਹ ਖਜ਼ਾਨਾ ਉਹ ਇੱਕ ਭਰਿਆ ਜਾਏਗਾ ਜੋ ਇੱਕ ਦਿੱਲੀ ਮਾਡਲ ਹੈ ਉੱਥੇ ਕਰਕੇ ਦਿਖਾਇਆ ਹੈ। ਪੰਜਾਬ ਦੇ ਵਿੱਚ ਸਰਕਾਰ ਇਹ ਬਣ ਗਈ ਹੈਗੀ ਹੈ, ਔਰ ਹੁਣ ਇਸ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਪੰਜਾਬ 'ਚ ਸਰਕਾਰ ਨੂੰ ਖਤਮ ਕਰ ਸਕੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।